हाँ जी, साध संगत जी, वाहिगुरू जी का खालसा, वाहिगुरू जी की फतेह जी। हाँ जी संगत जी, मेरा नाम हैगा गुरिंदर सिंह ते मेरे पिंड का नाम हैगा राऊ माजरा, जो कि पटियाले तो राजपुरा रोड ते पटियाले तो तकरीबन 15 किलोमीटर दूर है। ਤੇ ਅਸੀਂ ਬਚਪਨ ਦੇ ਵਿੱਚ, ਮੇਰਾ ਬਚਪਨ ਤਕਰੀਬਨ ਪਿੰਡ ਦੇ ਵਿੱਚ ਬੀਤਿਆ ਤੇ ਪਹਿਲੇ 8 ਜਾਂ 10 ਸਾਲ ਪਿੰਡਾਂ ਦੇ ਵਿੱਚ। ਮੇਰੇ ਪਿਤਾ ਜੀ ਹੁਣੀ 3 ਭਰਾ ਸੀਗੇ ਤੇ ਜ਼ਿਮੀਂਦਾਰੀ ਦਾ ਕੰਮ ਕਰਦੇ ਸੀ ਤੇ ਜ਼ਿਮੀਂਦਾਰੀ ਦਾ ਕੰਮ ਕਰਨ ਦੇ ਉਪਰੰਤ ਤਿੰਨਾਂ ਦੇ ਵਿਆਹ ਹੋ ਗਏ। ਆਪਸ ਦੇ ਵਿੱਚ ਥੋੜ੍ਹਾ ਵਿਤਕਰਾ ਵੱਧਦਾ ਗਿਆ। ਉਹ ਘਰ ਦੇ ਘਰੇਲੂ ਹਾਲਾਤਾਂ ਕਰਕੇ ਅਸੀਂ ਮਤਲਬ ਮੈਂ ਜਦੋਂ ਤਕਰੀਬਨ 10 ਸਾਲ ਦਾ ਸੀ, ਅਸੀਂ ਪਟਿਆਲੇ 'ਚ ਸ਼ਿਫਟ ਹੋ ਗਏ। ਇੱਥੇ ਅਸੀਂ ਪਿਤਾ ਜੀ ਨੇ ਮਤਲਬ ਰੋਟੀ ਤਾਂ ਖਾਣੀ ਹੋਈ ਪਰਿਵਾਰ ਨੇ, ਅਤੇ ਇਸ ਕਰਕੇ ਥੋੜ੍ਹਾ ਜਿਹਾ ਇੱਥੇ ਅਸੀਂ 1-2 ਮੱਝ ਲੈ ਕੇ ਡੇਅਰੀ ਦਾ ਕੰਮ ਸ਼ੁਰੂ ਕੀਤਾ। ਉਹ ਡੇਅਰੀ ਦਾ ਕੰਮ ਸ਼ੁਰੂ ਕੀਤਾ, ਫਾਈਨੈਂਸ਼ੀਅਲ ਵੀਕ ਸੀ ਅਤੇ ਕੰਮ ਥੋੜ੍ਹਾ ਜਿਹਾ ਮਤਲਬ ਨਹੀਂ ਚੱਲਿਆ ਹੈਗਾ ਇੰਨਾ। ਅਤੇ ਉਹ ਡੈਡੀ ਕਰਜ਼ਈ ਹੋ ਗਏ ਸਾਡੇ, ਅਤੇ ਕਰਜ਼ਈ ਹੋਣ ਕਰਕੇ ਉਹਨਾਂ ਨੇ ਉਸ ਸਮੇਂ ਦੇ ਦੌਰਾਨ ਨਸ਼ੇ ਦਾ ਮਤਲਬ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਨਸ਼ਾ 1-2 ਪੈਗ ਤੋਂ ਵੱਧਦਾ ਤਕਰੀਬਨ ਅੱਧੀ ਪੌਣੀ ਬੋਤਲ ਤੱਕ ਚਲਿਆ ਗਿਆ ਉਹਨਾਂ ਦਾ, ਅਤੇ ਹਾਲਤ ਬਹੁਤ ਵੱਧ ਤੋਂ ਬੱਤਰ ਹੋ ਗਈ। ਅੱਜ ਫੇਰ ਪੀ ਕੇ ਆ ਗਏ ਤੁਸੀਂ? ਰੋਜ਼ ਦਾ ਹੀ ਕੰਮ ਹੋ ਗਿਆ। ਮੈਂ ਤਾਂ ਇੱਕਣੇ ਪੀ ਕੇ ਆਉਂ। ਕੀ ਡਰਾਮਾ ਹੈ ਰੋਜ਼ ਦਾ? ਸਾਰੇ ਪਿੰਡ 'ਚ ਜਲੂਸ ਕੱਢਿਆ ਪਿਆ ਮੇਰਾ। ਮੈਂ ਤਾਂ ਇੱਕਣੇ ਜਲੂਸ ਕੱਢੂੰ, ਤੂੰ ਆਪਣਾ ਕੰਮ ਕਰ ਜਾ। ਉਹ ਬਾਪੂ ਜੀ, ਉਹ ਕੀ ਕਰੀਏ ਨੇ ਤੁਸੀਂ ਅੰਦਰ ਆਓ, ਅੰਦਰ ਬੈਠੋ, ਆ ਜਾਓ। ਚੱਲ ਚੱਲ ਓਏ, ਤੂੰ ਵੀ ਦੇਖਿਆ ਹੈ ਦੁਨੀਆ ਵਰਗਾਈਆਂ ਤੂੰ ਵੀ। ਮੇਰਾ ਜਲੂਸ ਕੱਢਿਆ ਪਿਆ, ਚਲੋ ਅੰਦਰ। ਮੈਂ ਨਹੀਂ ਜਾਣਾ ਅੰਦਰ। ਚਲ ਕਿਸਮਤ ਤਾਂ ਮੇਰੀ ਫੁੱਟ ਗਈ ਜਿੱਦਣ ਦੀ ਤੂੰ ਆਈ ਆ ਨਾ। ਘਰ 'ਚ ਕਲੇਸ਼ ਪੈ ਗਿਆ, ਕਲੇਸ਼ ਕਰਕੇ ਕਲੇਸ਼ ਹੁੰਦਾ। ਕੀ ਹੋਇਆ? ਚਾਚਾ ਜੀ, ਮੇਰਾ ਜਲੂਸ ਕੱਢਿਆ ਪਿਆ, ਰੋਜ਼ ਦਾ ਹੀ ਕੰਮ ਹੋ ਗਿਆ ਪੀ ਕੇ ਆਉਣ ਦਾ। ਕੋਈ ਨਹੀਂ ਮੇਰਾ ਪੁੱਤ, ਉਹ ਕੀ ਗੱਲ ਤੂੰ ਰੌਲਾ ਪਾਇਆ ਫਿਰਦਾ? ਤੈਨੂੰ ਨਹੀਂ ਪਤਾ ਚਾਚਾ, ਮੈਂ ਕਿੰਨਾ ਦੁਖੀ ਆ। ਉਹ ਪੁੱਤ ਦੁਖੀ ਤੇ ਸਾਰਾ ਸੰਸਾਰ ਆ। ਕੋਈ ਨਹੀਂ ਮੇਰਾ ਪੁੱਤ, ਚੱਲ। ਉਹ ਮੈਨੂੰ ਸਾਰਾ ਪਿੰਡ ਤਾਨੇ ਮਾਰਦਾ ਕਿ ਮੈਂ ਲੋਕਾਂ ਦੇ ਪੈਸੇ ਦੇਣੇ ਨੇ। ਉਹ ਸਿੱਧਾ ਹੋ ਕੇ ਚੱਲ, ਮਾਰੂ ਰਖੜਾ ਇੱਕ। ਮਾਰ ਲੈ ਚਾਚਾ। ਸਾਡੀ ਪੜ੍ਹਾਈ ਦਾ ਤੇ ਬਹੁਤ ਮਤਲਬ ਜਿਹੜਾ ਅਸਰ ਹੁਣ ਪੈਣਾ ਸ਼ੁਰੂ ਹੋ ਗਿਆ। ਪੜ੍ਹਾਈ ਪ੍ਰੋਪਰ ਨਾ ਹੋਇਆ ਕਰੇ, ਘਰ ਦੇ ਵਿੱਚ ਕਲੇਸ਼ ਰਿਹਾ ਕਰੇ, ਅਤੇ ਇਹਦੇ ਦੌਰਾਨ ਕੋਈ ਚੰਗੇ ਭਾਗ ਸਾਡੇ ਪਰਿਵਾਰ ਦੇ, ਸਾਡੇ ਪਿਤਾ ਜੀ ਦੇ, ਉਹਨਾਂ ਨੂੰ ਕਿਸੇ ਮਤਲਬ ਪਰਮਾਤਮਾ ਨੇ ਕੋਈ ਬੀਬੀ ਜਿਨ੍ਹਾਂ ਦੀ ਕਾਫੀ ਮਤਲਬ ਭਗਤੀ ਸੀਗੀ, ਉਹਨਾਂ ਨੂੰ ਮਤਲਬ ਮਿਲਾਪ ਕਰਵਾਇਆ ਉਹਨਾਂ ਦਾ। ਅਤੇ ਉਹ ਮਾਤਾ ਜੀ ਨੇ ਸਾਡੇ ਪਿਤਾ ਜੀ ਨੂੰ ਕਿਹਾ ਵੀ ਭਾਈ ਵੀ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲਓ ਅਤੇ ਮਤਲਬ ਪਾਠ ਕਰਿਆ ਕਰੋ। ਸਾਡੇ ਪਿਤਾ ਜੀ ਬਿਲਕੁਲ ਪਿੰਡਾਂ ਦੇ ਸੀਗੇ। ਉਹ ਕਹਿੰਦੇ ਵੀ ਮਾਤਾ ਜੀ ਅਸੀਂ ਤਾਂ ਕਦੇ ਪਾਠ ਕੀਤਾ ਹੀ ਨਹੀਂ ਹੈਗਾ। ਉਹ ਕਹਿੰਦੇ ਵੀ ਭਾਈ ਤੁਸੀਂ ਥੋੜ੍ਹਾ ਕਰਨਾ ਸ਼ੁਰੂ ਕਰੋ, ਅਤੇ ਉਹਨਾਂ ਨੇ ਪ੍ਰੇਰਿਆ। ਪਿਤਾ ਜੀ ਨੇ ਥੋੜ੍ਹਾ ਪਾਠ ਕਰਨਾ ਸ਼ੁਰੂ ਕੀਤਾ। ਪਾਠ ਕਰਦੇ ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀਆਂ ਕੈਸਟਾਂ ਉਹਨਾਂ ਨੇ ਲਿਆ ਕੇ ਘਰੇ ਲਾਉਣੀਆਂ ਸ਼ੁਰੂ ਕਰਤੀਆਂ। ਉਹਦਾ ਪ੍ਰਭਾਵ ਸਾਰੇ ਪਰਿਵਾਰ 'ਤੇ ਪਿਆ, ਅਚੇਤ ਮਨ 'ਤੇ ਮੇਰੇ ਵੀ ਪਿਆ। ਅਤੇ ਪਿਤਾ ਜੀ ਨੇ ਦਾਰੂ ਛੱਡਤੀ। ਦਾਰੂ ਛੱਡ ਕੇ ਮੰਮੀ ਦੇ ਗਹਿਣੇ ਵੇਚੇ ਅਤੇ ਉਸ ਤੋਂ ਬਾਅਦ ਪਲਾਟ ਲਿੱਤਾ, ਅਤੇ ਮਤਲਬ ਜਿਹੜੀ ਸਾਡੀ ਜ਼ਿੰਦਗੀ ਦੀ ਗੱਡੀ ਆ ਉਹ ਲਾਈਨ 'ਤੇ ਆ ਗਈ। ਸਿੱਖੀ ਵੱਲ ਸਾਰਾ ਪਰਿਵਾਰ ਆਉਣਾ ਸ਼ੁਰੂ ਹੋ ਗਿਆ, ਅਤੇ ਪਿਤਾ ਜੀ ਅਤੇ ਮਾਤਾ ਜੀ ਨੇ ਅੰਮ੍ਰਿਤ ਛਕ ਲਿਆ। ਘਰ ਦੇ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ ਜੀ। ਅਤੇ ਉਸ ਤੋਂ ਬਾਅਦ ਜਦੋਂ ਘਰ ਦੇ ਤਾਂ ਸਿੱਖੀ ਵੱਲ ਆ ਗਏ, ਲੇਕਿਨ ਅਸੀਂ ਪੂਰੀ ਤਰ੍ਹਾਂ ਨਹੀਂ ਆ ਪਾਏ। ਉਹ ਕਿਹੜਾ ਆ ਗਿਆ ਇਸ ਵੇਲੇ? ਗੁਰਿੰਦਰ ਹੋਣਾ, ਸਕੂਲੋਂ ਆਇਆ ਹੋਣਾ ਮੇਰਾ ਪੁੱਤ। ਅੱਛਾ ਚੱਲ ਲਿਆ ਰੋਟੀ ਲਿਆ।
ਤਾਂ ਪਿਤਾ ਜੀ ਨੇ ਮੈਨੂੰ ਕਿਹਾ ਕੁਛ ਨਹੀਂ ਤੇ ਉਹਨਾਂ ਨੇ ਕੋੜਾ ਘੁੱਟ ਭਰ ਲਿਆ। ਤੇ ਸਾਡੇ ਇੱਕ ਬਾਣੀਏ ਪਰਿਵਾਰ ਸੀਗਾ, ਉਹਨਾਂ ਦਾ ਨਾਂ ਸੀਗਾ ਕਾਕਾ ਜੀ। ਤੇ ਉਹਨਾਂ ਦੇ ਥਰੂ ਉਹਨਾਂ ਪਿਤਾ ਜੀ ਨੇ ਮੈਨੂੰ ਕਿਹਾ, ਉਹਨਾਂ ਕੋਲ ਜਦੋਂ ਮੈਂ ਗਿਆ ਸ਼ਾਮੀ ਦੁਕਾਨ ਤੇ, ਉਹਨਾਂ ਨੇ ਕਿਹਾ ਯਾਰ ਤੇਰੇ ਪਿਤਾ ਜੀ ਮਤਲਬ ਬਹੁਤ ਫੀਲ ਕਰ ਰਹੇ ਸੀ ਵੀ ਬਹੁਤ ਮਾੜੀ ਗੱਲ ਹੈ ਵੀ, ਇਸ ਕਰਕੇ ਉਹ ਮੈਨੂੰ ਲੱਗਿਆ ਵੀ ਚਲੋ ਕੋਈ ਗੱਲ ਨਹੀਂ। ਮੈਂ ਇੰਨਾ ਮਤਲਬ ਸੀਰੀਅਸ ਨਹੀਂ ਲਿਆ ਕਿਉਂਕਿ ਮਾੜੀ ਸੰਗਤ ਦਾ ਪ੍ਰਭਾਵ ਇੰਨਾ ਸੀਗਾ। ਤੇ ਮੈਂ 10th ਕਲਾਸ ਕੀਤੀ। 10th ਕਲਾਸ ਕਰਨ ਤੋਂ ਬਾਅਦ ਮਾੜੀ ਸੁਸਾਇਟੀ ਦੇ ਵਿੱਚ ਮੂਵ ਕਰਨ ਲੱਗ ਪਿਆ। +1 ਮਤਲਬ ਕੁਮਾਰਸਭਾ ਸਕੂਲ ਤੋਂ ਕੀਤੀ ਪਟਿਆਲੇ ਦੇ ਵਿੱਚੋਂ। +2 ਦੇ ਵਿੱਚ ਨੋਨ ਮੈਡੀਕਲ ਦਾ ਸਟੂਡੈਂਟ ਸੀ ਮੈਂ, ਪਰ ਮਾੜੀ ਸੰਗਤ ਦੇ ਵਿੱਚ ਪਹਿਣ ਕਰਕੇ ਫਿਲਮਾਂ ਦੇਖਣੀਆਂ ਤੇ ਇੱਧਰ ਉੱਧਰ ਫਿਰਦਾ ਭਟਕਦੇ ਫਿਰਨਾ ਤੇ ਕੇਸ ਕਤਲ ਕਰਵਾ ਕੇ ਤੇ ਸੜਕਾਂ 'ਤੇ ਫਿਰਦੇ ਰਹਿਣਾ ਤੇ ਫਿਲਮਾਂ ਦੇਖਦੇ ਰਹਿਣਾ ਤੇ ਮੈਂ +2 ਦੇ ਵਿੱਚ ਫੇਲ ਹੋ ਗਿਆ। ਤੇ ਬਾਅਦ ਵਿੱਚ ਘਰਦਿਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਜਾਂਚ ਲਿਆ। ਮਾਂ ਬਾਪ ਹੀ ਹੁੰਦੇ ਨੇ ਵੀ ਇਹਦੀ ਜਿਹੜੀ ਹੈ, ਕਿਉਂਕਿ ਉਹਨਾਂ ਨੇ ਦੇਖ ਲਈ ਸੀ ਮੇਰੇ ਹਾਲਾਤ ਵੀ ਇਹ ਮਾੜੀ ਸੁਸਾਇਟੀ ਦੇ ਵਿੱਚ ਮੂਵ ਕਰਦਾ, ਉੱਥੇ ਖੜਦਾ ਜਾ ਕੇ। ਗੱਲ ਸੁਣ ਲਓ ਮੇਰੀ, ਸਾਰਾ ਦਿਨ ਪਿੰਡ 'ਚ ਗੇੜੇ ਦਿੰਦੇ ਰਹਿੰਦੇ ਹੋ, ਕਦੇ ਪੜ੍ਹ ਵੀ ਲਿਆ ਕਰ, ਕਦੇ ਕੰਮ 'ਚ ਹੱਥ ਬਟਾਇਆ ਤਾਂ ਮੇਰਾ। ਆ ਜਿਨ੍ਹਾਂ ਨਾਲ ਤੂੰ ਘੁੰਮਦਾ ਰਹਿਣਾ ਨਾ, ਸਿਰੇ ਦੇ ਲੰਡਰ ਨੇ ਉਹ, ਨਸ਼ੇ ਕਾਰਨ ਪਿੰਡ 'ਚ ਬਦਨਾਮ ਨੇ ਉਹ। ਦੇਖ ਝਾਕਦਾ ਕਿਵੇਂ ਆ, ਸ਼ਰਮ ਤਾਂ ਇਸ ਜਵਾਕ ਦੇ ਪੱਲੇ ਹੈ ਹੀ ਨਹੀਂ। ਕੀ ਤੁਸੀਂ ਸਾਰਾ ਦਿਨ ਜਵਾਕ ਨੂੰ ਝਿੜਕਦੇ ਰਹਿੰਦੇ ਹੋ? ਰੋਟੀ ਦਾ ਖਾ ਲੈਣ ਦੋ ਵਿਚਾਰੇ ਨੂੰ। ਜ਼ਿਆਦਾ ਨਾ ਬੋਲਿਆ ਕਰ, ਤੇਰਾ ਹੀ ਸਿਰ ਤੇ ਚੜਾਇਆ ਹੋਇਆ ਇਹ, ਇੱਕ ਦਿਨ ਤੇਰੇ ਸਿਰ 'ਚ ਗਲੀਆਂ ਕਰੂ ਇਹ ਗਲੀਆਂ। ਕੀ ਸਾਰਾ ਦਿਨ ਬੁੜਬੁੜ ਕਰਦੇ ਰਹਿੰਦੇ ਹੋ? ਗੱਲ ਸੁਣ ਲਓ ਏ, ਤੈਂ ਬੰਦਾ ਬਣਨਾ ਕਿ ਨਹੀਂ? ਹੁਣ ਕਿੱਧਰ ਮੂੰਹ ਚੱਕਿਆ? ਗੁਰਿੰਦਰ, ਓ ਗੁਰਿੰਦਰ। ਤੇ ਅਸੀਂ ਮਤਲਬ ਮਾੜੀ ਸੰਗਤ ਦੇ ਵਿੱਚ ਮੂਵ ਤਾਂ ਮੈਂ ਕਰਦਾ ਰਿਹਾ, ਲੇਕਿਨ ਕਿਧਰੇ ਨਾ ਕਿਧਰੇ ਸਿੱਖੀ ਦੀ ਜ਼ਿੰਦਗੀ ਵੀ ਅੰਦਰ ਸੀਗੀ, ਕਿਉਂਕਿ ਉਹ ਜਿਹੜੀਆਂ ਮਹਾਂਪੁਰਖਾਂ ਦੀਆਂ ਅੰਦਰ ਘਰੇ ਕੈਸਟਾਂ, ਉਹਨਾਂ ਦੇ ਸਤਸੰਗ ਚੱਲਦਾ ਸੀਗਾ, ਉਹਦਾ ਪ੍ਰਭਾਵ ਜ਼ਰੂਰ ਕਬੂਲਿਆ ਹੋਇਆ ਸੀ ਮਨ ਨੇ ਮਾੜਾ ਮਾੜਾ। ਉਹ ਨੋਨ ਮੈਡੀਕਲ ਦੇ ਵਿੱਚ ਐਡਮਿਸ਼ਨ ਦਾ ਦਵਾਤੀ। ਉਹ ਮੇਰਾ ਜਿਹੜਾ ਇੰਗਲਿਸ਼ ਬੇਸ ਸੀਗਾ ਪਿੰਡਾਂ ਦਾ ਪੜ੍ਹਿਆ ਹੋਇਆ, ਉਹ ਇੰਗਲਿਸ਼ ਦੇ ਵਿੱਚ ਵੀਕ ਸੀ ਕੰਮ, ਤੇ ਇੰਗਲਿਸ਼ ਸਮਝ ਨਾ ਆਇਆ ਕਰੇ, ਟੀਚਰ ਪੜ੍ਹਾਇਆ ਕਰਨ, ਕੁਛ ਮਾੜੀ ਸੰਗਤ ਦੀ ਕਿਰਪਾ ਹੋ ਗਈ। ਤੇ ਉਹ +1 ਜਿਹੜੀ ਸੀਗੀ ਉਹ ਧੱਕੇ ਨਾਲ ਸਕੂਲ ਵਾਲਿਆਂ ਨੇ ਪਾਸ ਕਰਤੀ, ਤੇ +2 ਦੇ ਵਿੱਚ ਫਿਰ ਉਹ ਬੇੜਾ ਹੀ ਗਰਕ ਹੋ ਗਿਆ, ਸਾਰਾ ਹੀ ਫੇਲ ਹੀ ਹੋ ਗਏ ਬਿਲਕੁਲ ਹੀ। ਤੇ ਉਸ ਤੋਂ ਬਾਅਦ ਫਿਰ +2 ਦੇ ਵਿੱਚ ਐਡਮਿਸ਼ਨ ਲਿੱਤੀ ਫਿਜ਼ੀਕਲ ਕਾਲਜ, ਇੱਥੇ ਮਲਟੀਪਰਪਜ਼ ਸਕੂਲ ਜੀ। ਉੱਥੇ ਵੀ ਬਸ ਉਹ ਫਿਜ਼ੀਕਲ ਕਾਲਜ ਵੱਲ ਨੂੰ ਮੂੰਹ ਕਰਕੇ ਬੈਠੇ ਰਹਿੰਦੇ ਸੀ ਅਸੀਂ। ਤੇ ਚਲੋ ਫਿਰ ਵੀ ਕਿਰਪਾ ਹੋਈ, ਮਤਲਬ ਵੀ +2 ਦੇ ਵਿੱਚ ਕੰਪਾਰਟਮੈਂਟ ਆਈ ਮੇਰੀ ਮੈਥ 'ਚ, ਬਾਕੀ ਪੇਪਰ ਮੇਰੇ ਪਾਸ ਹੋ ਗਏ ਜੀ। ਉਹ ਫਿਰ ਮੈਂ ਅੱਗੇ ਮੈਨੂੰ ਐਡਮਿਸ਼ਨ ਨਾ ਮਿਲੀ ਕਿਸੇ ਕਾਲਜ ਵਿੱਚ, ਖਾਲਸਾ ਕਾਲਜ ਐਡਮਿਸ਼ਨ ਮਿਲੀ, ਖਾਲਸਾ ਕਾਲਜ ਮੈਂ ਛੱਡਿਆ ਆ। ਤੇ ਉਹ ਫਿਰ ਮੈਂ BA ਪਾਰਟ 1 ਦੇ ਐਗਜ਼ਾਮ ਦਿੱਤੇ, ਉਹ ਵੀ ਛੱਡਤੇ। ਫਿਰ ITI ਦੇ ਵਿੱਚ ਐਡਮਿਸ਼ਨ ਲਿੱਤੀ, ਉਹ ਵੀ ਛੱਡਿਆ ਹੈ ਜੀ। ਤੇ ਮੇਰਾ ਮਤਲਬ ਜਿਹੜਾ ਸੀਗਾ ਸਿਸਟਮ, ਉਹ ਕਿਉਂਕਿ ਮਾੜੀ ਸੁਸਾਇਟੀ ਵਿੱਚ ਮੂਵ ਕਰਦੇ ਦਿਲ ਨਾ ਲੱਗਿਆ ਕਰੇ, ਕਿਧਰੇ ਫਿਲਮਾਂ ਦੇਖਣੀਆਂ ਭਟਕਦੇ ਫਿਰਨਾ ਜੀ, ਬਸ ਇੰਨਾ ਕੀ ਸੀਗਾ। ਤੇ ਫਿਰ ਮੈਂ ਦੁਬਾਰਾ ਮਤਲਬ 2-3 ਸਾਲ ਇੱਦਾਂ ਬਰਬਾਦ ਕਰਕੇ, ਤੇ ਇੱਕ ਦਿਨ ਕੀ ਹੋਇਆ, ਪਿਤਾ ਜੀ ਮੇਰੇ ਕੋਲ, ਮੇਰਾ ਕਮਰਾ ਉੱਪਰ ਹੁੰਦਾ ਸੀ ਚੁਬਾਰੇ 'ਚ, ਉੱਪਰ ਆ ਗਏ ਤੇ ਮੇਰੇ ਕੋਲ ਬੈਠ ਕੇ ਰੋਣ ਲੱਗ ਪਏ। ਦੇਖ ਪੁੱਤਰਾ,
ਤੂੰ ਪਿੰਡ ਵਿੱਚ ਸਾਡੀ ਬਹੁਤ ਬਦਨਾਮੀ ਕਰਾਤੀ। ਪਤਾ ਨਹੀਂ ਤੂੰ ਕੀ ਚਾਹੁੰਦਾ, ਹੋਰ ਕੀ ਕਰਨਾ ਚਾਹੁੰਦਾ। ਜੇ ਤੂੰ ਪੜ੍ਹਨਾ ਚਾਹੁੰਦਾ ਤਾਂ ਪੜ੍ਹ ਲੈ, ਜੇ ਕੋਈ ਘਰ ਦਾ ਕੰਮ ਕਰਨਾ ਚਾਹੁੰਦਾ ਤਾਂ ਘਰ ਦਾ ਕੰਮ ਕਰ ਲੈ। ਹੁਣ ਮੈਥੋਂ ਹੋਰ ਨਹੀਂ ਕਰਿਆ ਜਾਂਦਾ, ਮੈਂ ਤੇਰੇ ਮੂਹਰੇ ਹੱਥ ਜੋੜਦਾ। ਜੇ ਤੂੰ ਮੇਰੀ ਨਹੀਂ ਲਾਜ ਰੱਖ ਸਕਦਾ ਤਾਂ ਲੈ ਆ ਮੈਂ ਆਪਣੀ ਪੱਗ ਲਾ ਕੇ ਤੇਰੇ ਪੈਰਾਂ 'ਚ ਰੱਖ ਦਿੰਦਾ। ਨਹੀਂ ਬਾਪੂ ਜੀ ਨਹੀਂ, ਇੰਜ ਨਾ ਕਰੋ, ਇੰਜ ਨਾ ਕਰੋ। ਤੁਸੀਂ ਮੈਨੂੰ ਇੱਕ ਮੌਕਾ ਦੇ ਦਿਓ, ਇੱਕ ਮੌਕਾ। ਮੈਨੂੰ ਮਾਫ ਕਰ ਦਿਓ। ਅੱਜ ਤੋਂ ਬਾਅਦ ਤੁਸੀਂ ਜੋ ਕਹੋਗੇ ਨਾ ਮੈਂ ਉਹ ਕਰਾਂਗਾ। ਤੁਸੀਂ ਪੜ੍ਹਨ ਲਈ ਕਹੋਗੇ ਮੈਂ ਪੜਾਂਗਾ, ਕੰਮ ਕਰਨ ਲਈ ਕਹੋਗੇ ਕਰਾਂਗਾ। ਲੇਕਿਨ ਇੰਜ ਨਾ ਕਰੋ, ਇੰਜ ਨਾ ਕਰੋ। ਮੈਨੂੰ ਮਾਫ ਕਰ ਦਿਓ। ਉਹ ਮੈਨੂੰ ਬਹੁਤ ਫੀਲ ਹੋਇਆ ਪਿਤਾ ਜੀ ਦਾ, ਮੈਨੂੰ ਬਹੁਤ ਅਪੀਲ ਕੀਤੀ ਉਹਨਾਂ ਦੀ ਗੱਲ ਤੇ ਮੈਂ ਉਸ ਤੋਂ ਬਾਅਦ ਫਿਰ ਪੜ੍ਹਨਾ ਸ਼ੁਰੂ ਕਰਤਾ। ਘਰੇ ਬੈਠ ਕੇ ਪੜ੍ਹਨਾ ਸ਼ੁਰੂ ਕਰਤਾ ਤੇ ਪਲੱਸ BA ਪਾਰਟ 1 ਦੇ ਵਿੱਚ ਮੈਂ ਬਹੁਤ ਵਧੀਆ ਮਾਰਕਸ ਲੈ ਕੇ ਪਾਸ ਹੋਇਆ। ਤੇ ਇਨ ਬਿਟਵੀਨ ਕੋਈ ਮੇਰੇ ਇਹੋ ਜਿਹੇ ਚੰਗੇ ਭਾਗ ਮੈਨੂੰ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਂਪੁਰਖ ਨੇ ਰਤਵਾੜਾ ਸਾਹਿਬ ਵਾਲੇ, ਤੇ ਉਹਨਾਂ ਨੇ ਇੱਕ ਆਤਮ ਮਾਰਗ ਮੈਗਜ਼ੀਨ ਸ਼ੁਰੂ ਕੀਤਾ ਸੀ 1995 ਦੇ ਵਿੱਚ। ਉਹ ਆਤਮ ਮਾਰਗ ਮੇਰੇ ਹੱਥ ਲੱਗ ਗਿਆ ਜੀ। ਉਹ ਆਤਮ ਮਾਰਗ ਜਦੋਂ ਮੈਂ ਪਹਿਲੀ ਵਾਰੀ ਪੜ੍ਹਿਆ ਤੇ ਉਹ ਮੈਨੂੰ ਇੰਨਾ ਅਪੀਲ ਕੀਤਾ ਵੀ ਯਾਰ ਤੂੰ ਤਾਂ ਕੁਛ ਇੱਥੇ ਹੋਰ ਹੀ ਕਰਦਾ ਫਿਰਦਾ ਤੇ ਕਰਨ ਤਾਂ ਤੂੰ ਕੁਛ ਹੋਰ ਹੀ ਆਇਆ ਸੀਗਾ, ਵੀ ਤੇਰੀ ਜ਼ਿੰਦਗੀ ਤੇ ਕੁੱਤੇ ਦੀ ਜ਼ਿੰਦਗੀ ਦਾ ਕੋਈ ਫਰਕ ਨਹੀਂ ਹੈਗਾ, ਵੀ ਜਿਵੇਂ ਕੁੱਤਾ ਭਟਕਦਾ ਫਿਰਦਾ ਐਵੇਂ ਤੂੰ ਭਟਕਦਾ ਫਿਰਦਾ ਦਰ ਪਰ ਦਰ। ਤੇ ਉਹ ਜੀ ਆਤਮ ਮਾਰਗ ਉਹਨਾਂ ਕੋਲ 2-3 ਸਾਲਾਂ ਦੇ ਪਏ ਸੀਗੇ। ਉਹ ਮੈਂ ਮਾਮਾ ਜੀ ਤੋਂ ਆਗਿਆ ਲਿੱਤੀ, ਸਾਰੀ ਚੱਕ ਲਿਆ ਪਟਿਆਲੇ, ਆਪਦੇ ਘਰੇ ਬੈਠ ਕੇ ਕੋਠੇ ਤੇ ਮੈਂ ਪੜ੍ਹੇ ਤੇ ਤਕਰੀਬਨ 2-3 ਮਹੀਨੇ ਦੇ ਵਿੱਚ ਮੇਰਾ ਖਿਆਲ ਹੈ ਮੈਂ ਸਾਰੇ ਹੀ ਪੜ੍ਹ ਗਿਆ। ਉਹ ਆਤਮ ਮਾਰਗ ਪੜ੍ਹਨ ਤੋਂ ਬਾਅਦ ਮੇਰੇ ਨੂੰ ਲੱਗਿਆ ਵੀ ਇਹ ਮਹਾਂਪੁਰਖ ਜਿਨ੍ਹਾਂ ਦੇ ਇੰਨੇ ਉੱਚੇ ਤੇ ਸੁੱਚੇ ਪ੍ਰਵਚਨ ਨੇ, ਇੰਨੀ ਵਧੀਆ ਤੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ, ਵੀ ਉਹਨਾਂ ਦੇ ਕਿਤੇ ਦਰਸ਼ਨ ਹੋ ਜਾਣ ਤਾਂ ਬਹੁਤ ਵਧੀਆ ਗੱਲ ਹੈ। ਦਰਸ਼ਨ ਕਰਨ ਗਿਆ ਤੇ ਮਹਾਂਪੁਰਖਾਂ ਨੇ ਮੈਨੂੰ ਬੁਲਾ ਕੇ ਪੁੱਛਿਆ ਭਾਈ ਕਿੱਥੋਂ ਆਇਆ, ਤੇ ਮੈਂ ਆਪਦਾ ਵੇਰਵਾ ਦਿੱਤਾ, ਦੱਸਿਆ ਵੀ ਮੈਂ ਪਟਿਆਲੇ ਤੋਂ ਆਇਆ ਜੀ। ਤੇ BA ਪਾਰਟ 2 ਦੇ ਵਿੱਚ ਮੈਂ ਉਸ ਵਕਤ ਪੜ੍ਹਦਾ ਸੀਗਾ। ਤੇ ਮਹਾਂਪੁਰਖਾਂ ਨੇ ਪੁੱਛਿਆ ਅੱਛਾ ਭਾਈ ਕੀ ਕਰਦਾ ਹੁੰਦਾ, ਮੈਂ ਕਈ ਪੜ੍ਹਦਾ BA ਪਾਰਟ 2 ਦੇ ਐਗਜ਼ਾਮ ਦਿੱਤੇ ਹੋਏ ਨੇ ਮੇਰੇ। ਕਹਿੰਦੇ ਚੰਗਾ ਭਾਈ। ਫਿਰ ਉਹ ਮਹਾਂਪੁਰਖਾਂ ਨੇ ਮਤਲਬ ਮੈਨੂੰ ਪ੍ਰੇਰਿਤ ਕੀਤਾ, ਕਹਿੰਦੇ ਵੀ ਭਾਈ 3 ਗੱਲਾਂ ਕਹੀਆਂ ਸੀ ਉਹਨਾਂ ਨੇ। ਕਹਿੰਦੇ ਅੱਜ ਤੋਂ ਬਾਅਦ ਮਾੜੀ ਸੰਗਤ 'ਚ ਨਹੀਂ ਖੜਨਾ, ਪਹਿਲੀ ਗੱਲ, ਨਸ਼ਾ ਨਹੀਂ ਕਰਨਾ ਦੂਜੀ ਗੱਲ, ਤੇ ਤੀਜੀ ਗੱਲ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਤੇ ਮੈਲੀ ਮਾੜੀ ਅੱਖ ਨਾਲ ਭਾਈ ਕਿਸੇ ਵੱਲ ਨਹੀਂ ਝਾਕਣਾ ਹੈਗਾ, ਸਭ ਨੂੰ ਆਪਣੀ ਧੀ ਤੇ ਭੈਣ ਸਮਝ ਕੇ ਵਿਵਹਾਰ ਕਰਨਾ, ਤੇ ਪਾਠ ਕਰਿਆ ਕਰ ਭਾਈ, ਮੂਲ ਮੰਤਰ ਦਾ ਪਾਠ ਕਰਿਆ ਕਰ। ਤੇ ਚਲੋ ਉਹ ਮਹਾਂਪੁਰਖਾਂ ਦਾ ਮੈਨੂੰ ਇੰਨਾ ਉਹਨਾਂ ਨੇ ਅਪੀਲ ਕੀਤੀ, ਇੰਨੀ ਕਿਰਪਾ ਕੀਤੀ ਤੇ ਮੈਂ 1 ਸਾਲ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਘਰੋਂ ਬਾਹਰ ਜਾਣਾ ਛੱਡ ਦਿੱਤਾ। ਜਿਹੜੀ ਮਾੜੀ ਸੰਗਤ ਦੇ ਵਿੱਚ ਮੂਵ ਕਰਦਾ ਸੀ ਉਹ ਛੱਡਤੀ ਤੇ ਆਤਮ ਮਾਰਗ ਪੜ੍ਹਦਾ ਰਿਹਾ ਤੇ ਉਹਨਾਂ ਦੀ ਸਤਸੰਗ ਦੇ ਵਿੱਚ ਵੀ ਜਾਣਾ ਸ਼ੁਰੂ ਕਰਤਾ। 1 ਹਫ਼ਤੇ ਦੇ ਵਿੱਚ ਹਫ਼ਤਾਵਾਰੀ ਪ੍ਰੋਗਰਾਮ ਹੁੰਦਾ ਸੀਗਾ। ਰਤਵਾੜਾ ਸਾਹਿਬ ਜਿਹੜਾ ਸਥਾਨ ਹੈ ਚੰਡੀਗੜ੍ਹ ਤੋਂ ਤਕਰੀਬਨ 15 ਕਿਲੋਮੀਟਰ, ਉਹ ਮੈਂ ਅਟੈਂਡ ਕਰਦਾ ਰਿਹਾ ਜੀ। ਤੇ ਉਹਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪਲਟਾ ਲੈ ਕੇ ਆਉਂਦਾ ਤੇ ਮੈਂ ਸਿੱਖੀ ਵੱਲ ਪ੍ਰੇਰਿਤ ਹੋਇਆ ਜੀ। ਤੇ ਸਿੱਖੀ ਵੱਲ ਪ੍ਰੇਰਿਤ ਹੋ ਕੇ ਉਹਨਾਂ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਤੇ ਮੈਨੂੰ ਸੋਝੀ ਆਈ ਵੀ ਤੁਸੀਂ ਇਸ ਸੰਸਾਰ ਤੇ ਕਾਹਦੇ ਲਈ ਆਏ ਹੋ, ਕੀ ਕਰਨਾ। ਉਸ ਤੋਂ ਬਾਅਦ ਫਿਰ 2001 ਦੇ ਵਿੱਚ ਮੇਰਾ ਵਿਆਹ ਹੋਇਆ ਤੇ ਵਿਆਹ ਹੋਣ ਤੋਂ ਬਾਅਦ 2002 ਦੇ ਵਿੱਚ ਮੈਨੂੰ ਬਿਜਲੀ ਬੋਰਡ ਦੇ ਵਿੱਚ ਜੌਬ ਮਿਲ ਗਈ, ਕਲੈਰੀਕਲ ਜੌਬ। ਤਕਰੀਬਨ ਉਮਰ ਮੇਰੀ ਸੀਗੀ ਉਸ ਵਕਤ 23 ਸਾਲ। ਤੇ ਵਿਆਹ ਤੋਂ ਬਾਅਦ ਪਰਿਵਰਤਨ ਆਉਣਾ ਸ਼ੁਰੂ ਹੋਇਆ, ਬਲਕਿ
ਕਿਉਂਕਿ ਉਸ ਵਕਤ ਤੱਕ ਮੈਂ ਪੂਰਾ satsang ਦੇ ਨਾਲ ਜੁੜਿਆ ਹੋਇਆ ਸੀਗਾ। 2000 ਮੈਂ ਆਪ ਜੀ ਨੂੰ ਬੇਨਤੀ ਕੀਤੀ ਵੀ 1998 ਤੋਂ ਲੈ ਕੇ 2001 ਤੱਕ ਪੂਰੀ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਰਿਹਾ, ਉਹਨਾਂ ਦੀ ਕਿਤਾਬਾਂ ਪੜ੍ਹਦਾ ਰਿਹਾ। 2001 ਦੇ ਵਿੱਚ ਜਿਹੜੀ ਘਟਨਾਵਾਂ ਵਾਪਰੀਆਂ, ਇੱਕ ਤਾਂ ਮਹਾਂਪੁਰਖ ਸਰੀਰ ਛੱਡ ਗਏ, satsang ਟੁੱਟ ਗਈ, ਤੇ ਦੂਜੀ ਗੱਲ ਵਿਆਹ ਹੋ ਗਿਆ। ਜਦੋਂ ਤੁਹਾਡਾ ਵਿਆਹ ਹੁੰਦਾ ਤੇ ਜਿਹੜੀ ਦੂਜਾ ਮੈਂਬਰ ਤੁਹਾਡੇ ਘਰ ਦੇ ਵਿੱਚ ਆਉਂਦਾ, ਉਹਦਾ ਜਿਹੜਾ ਸੁਭਾਅ ਹੈ, ਉਹਦਾ ਜਿਹੜਾ ਰਹਿਣ ਸਹਿਣ ਹੈ, ਉਹ ਤੁਹਾਨੂੰ ਪ੍ਰਭਾਵਿਤ ਕਰਦਾ ਤੇ ਤੁਹਾਡਾ ਰਹਿਣ ਸਹਿਣ ਉਹਨੂੰ ਪ੍ਰਭਾਵਿਤ ਕਰਦਾ। ਤੇ ਜਿਹੜੇ ਮੇਰੇ ਘਰ ਦੇ ਸੀਗੇ ਉਹ ਗੁਰਸਿੱਖੀ ਵਾਲੇ ਮਾਹੌਲ 'ਚੋਂ ਨਹੀਂ ਆਏ। ਉਹਨਾਂ ਨੇ ਆ ਕੇ ਕੀ ਕਰਨਾ, ਰਾਤ ਨੂੰ ਟੀਵੀ ਦੇਖਣਾ ਤੇ ਸਾਡਾ ਜਿਹੜਾ ਝਗੜਾ ਹੋਣਾ। ਮੈਂ ਕਿਹਾ ਕਰਾਂ ਵੀ ਟੀਵੀ ਬੰਦ ਕਰ, ਤੇ ਉਹ ਕਿਹਾ ਕਰਨ ਨਹੀਂ ਜੀ ਮੈਂ ਤਾਂ ਦੇਖਣਾ ਜ਼ਰੂਰ ਹੈ। मैं देख रही हूँ ना टीवी, चैनल क्यों चेंज किया? जा जाके पानी लेके आ तू। क्यों? मैं तुम्हारी नौकर लगी हुई हूँ? खुद नहीं लेके आ सकते कहता पानी? पानी लेके आ जा तू। मैं क्यों लेके आऊँ? जब खुद चल जाओगे तो क्या हो जाएगा फिर? तो तू चली जाएंगी तेनू की हो जाऊगा? क्यों? मैं हमेशा मैं तुम्हारे दफ्तर तो थके आया तो पानी नहीं लिया सकती दे सकती मैनू। मैं क्यों लेके आऊँ? तुम भी उठ के जा सकते हो। तो करानी हमेशा। मेरी। तो हूँ तो फिर नौकरानी लगी हुई है तुम्हारी। तो मैं नौकर लग गया फिर सारा दिन दफ्तर के कामां च। यहाँ पे काम करके देख लो, फिर दिन में तुम्हारे दफ्तर कपड़े जाके देख ले। मैं क्यों जाऊँ जा दफ्तर? तू पानी लेके आ तू। मैं नहीं लेके आ रही, रिमोट इधर दो। बढ़िया किया। खुश हो ना? तुम खुश हो गए ना? देख ला देख टीवी। लो, तुम देखो ना, यही तोड़ना आ रहा देख था ला बस। टीवी। ना जाओ। तो देख तू सीरियल। ਤੇ ਹੌਲੀ ਹੌਲੀ ਕੀ ਹੋਇਆ, ਉਹਨਾਂ ਨੇ ਟੀਵੀ ਦੇਖਣਾ ਘਟਾ ਤੇ ਮੈਂ ਵਧਾ ਤਿਆ। ਤੇ ਵੱਧਦਾ ਇਹ ਹੋਇਆ ਵੀ ਮੈਨੂੰ ਮਤਲਬ ਫਿਲਮਾਂ ਦਾ ਸ਼ੌਂਕ ਵੀ ਲੱਗ ਗਿਆ ਨਾਲ। ਹਾਲੀਵੁੱਡ ਮੂਵੀਜ਼ ਡਬ ਜਿਹੜੀਆਂ ਕੀਤੀਆਂ ਹੋਈਆਂ ਹਿੰਦੀ ਦੇ ਵਿੱਚ, ਇੰਗਲਿਸ਼ ਤਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਇੰਨੀ, ਤੇ ਉਹ ਮੈਂ ਦੇਖਣੀਆਂ ਸ਼ੁਰੂ ਕਰਤੀਆਂ। ਉਹ ਜਿਹੜੀ ਉਹਦਾ ਵੀ ਬਹੁਤ ਅਸਰ ਹੋਇਆ ਜੀ। ਤੇ 23 ਸਾਲ ਉਹ ਬਿਜਲੀ ਬੋਰਡ ਦੇ ਵਿੱਚ ਜਦੋਂ ਮੈਂ ਆਇਆ ਤੇ ਇੱਥੇ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਸੇਵਾ ਨਿਭਾਉਂਦੇ ਹੋਏ ਬਹੁਤ ਸਾਰੇ ਬੰਦਿਆਂ ਨਾਲ ਮੇਰਾ ਮਤਲਬ ਵਾਹ ਵਾਸਤਾ ਪੈਂਦਾ ਰਿਹਾ। ਤੇ ਇੱਥੇ ਵੀ ਕੀ ਤਕਰੀਬਨ ਕਿਉਂਕਿ ਹਰੇਕ ਥਾਂ ਤੇ ਚੰਗੇ ਤੇ ਬੰਦੇ ਵੀ ਹੁੰਦੇ ਨੇ ਤੇ ਮਾੜੀ ਸੁਸਾਇਟੀ ਵੀ ਹੁੰਦੀ ਹੈ, ਤੇ ਜਿਹੜਾ ਮਤਲਬ ਮਨ ਹੈ ਹਮੇਸ਼ਾ ਮਾੜੀ ਸੁਸਾਇਟੀ ਵੱਲ ਜ਼ਿਆਦਾ ਮੂਵ ਕਰਦਾ ਬਜਾਏ ਚੰਗੇ ਦੇ। ਤੇ ਇੱਥੇ ਥੋੜ੍ਹਾ ਜਿਹਾ ਮਨ ਜਿਹੜਾ ਉਹ ਭਟਕਦਾ ਰਿਹਾ। ਹੌਲੀ ਹੌਲੀ ਜਿਹੜੇ ਮਹਾਂਪੁਰਖਾਂ ਨੇ ਉਹ ਬਚਨ ਕਹੇ ਸੀਗੇ, ਉਹਨਾਂ 'ਤੇ ਵੀ ਮਤਲਬ ਪਾਬੰਦ ਨਾ ਰਹਿ ਪਾਇਆ। ਤੇ ਪਰ ਜਿਹੜੀ ਉਹ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਉਹ ਜਿਹੜਾ ਬਚਨ ਸੀਗਾ ਕਿਧਰੇ ਮਨੋਂ ਵਿਸਰ ਗਿਆ। ਤੇ ਉਹ ਵਿਸਰਨ ਕਰਕੇ ਥੋੜ੍ਹਾ ਜਿਹਾ ਮਤਲਬ ਜਿਹੜਾ ਮਨ ਹੈ ਉਹ ਮੈਲਾ ਹੋਣਾ ਸ਼ੁਰੂ ਹੋ ਗਿਆ। ਤੇ ਜਿਹੜੀ ਸਾਡੀ ਅੰਤਰ ਬਿਰਤੀ ਸੀਗੀ ਉੱਧਰ ਇੱਧਰ ਭਟਕਣੀ ਸ਼ੁਰੂ ਹੋਈ। ਉਹ ਪਾਪਾਂ ਦਾ ਕੀ ਫਲ ਮਿਲਿਆ ਮੈਨੂੰ ਵੀ ਮੈਂ 2008 ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜੀ। ਇੰਨਾ ਜ਼ਿਆਦਾ ਬਿਮਾਰ ਹੋ ਗਿਆ ਕਿ ਮਤਲਬ ਮੈਂ ਚੱਲਣ ਤੋਂ ਰਹਿ ਗਿਆ ਤੇ ਚੱਲਿਆ ਕਰਾਂ ਤੇ ਡਿੱਗ ਜਾ ਕਰਾਂ। ਸਰੀਰ ਜਿਹੜਾ ਮੇਰਾ 17 ਕਿਲੋ ਵੇਟ ਘਟ ਗਿਆ ਸੀਗਾ 3 ਦਿਨਾਂ ਦੇ ਵਿੱਚ। ਤੇ ਇੱਦਾਂ ਲੱਗਦਾ ਸੀ ਘਰਦਿਆਂ ਨੂੰ ਵੀ ਹੁਣ ਨਹੀਂ ਇਹ ਬਚਦਾ। ਵੇ ਗੁਰਿੰਦਰ ਸਿਆ, ਕੀ ਹਾਲ ਹੈ ਤੇਰਾ? ਤੂੰ ਤਾਂ ਬਹੁਤ ਹੀ ਕਮਜ਼ੋਰ ਹੋ ਗਿਆ।
ਤੇ ਫੇਰ ਘਰਦਿਆਂ ਨੇ ਓਟਾ ਆਸਰਾ ਲਿੱਤਾ ਗੁਰਬਾਣੀ ਦਾ, ਗੁਰਬਾਣੀ ਦਾ, ਤੇ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਗਿਆ। ਮਹਾਰਾਜ ਅੱਗੇ ਬੇਨਤੀ ਕੀਤੀ ਗਈ। ਮਹਾਰਾਜ ਨੇ ਤਰਸ ਕਰਕੇ ਫੇਰ ਸਵਾਸਾਂ ਦੀ ਮਤਲਬ ਪੂੰਜੀ ਬਖਸ਼ੀ ਤੇ ਫੇਰ ਭੁੱਲ ਬਖਸ਼ਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੇ ਦੁਬਾਰਾ। ਤੇ ਹੁਣ ਕੋਸ਼ਿਸ਼ ਕਰਦੇ ਹਾਂ, ਅਰਦਾਸ ਕਰਦੇ ਹਾਂ ਵੀ ਮਹਾਰਾਜ ਇਹ ਜਿਹੜੀ ਜ਼ਿੰਦਗੀ ਇੱਦਾਂ ਹੀ ਚੱਲਦੇ ਰਹੇ ਤੇ ਭੁੱਲਾਂ ਤੋਂ ਬਚੇ ਰਹੀਏ। ਤੇ ਇਸੇ ਕਰਕੇ ਜ਼ਿੰਦਗੀ ਜਿਹੜੀ ਇਹ ਮਿੱਤਰੋ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕਿਹੋ ਜਿਹੀ ਸੰਗਤ ਦੇ ਵਿੱਚ ਮੂਵ ਕਰਦੇ ਹੋ, ਕਿਹੋ ਜਿਹਾ ਲਿਟਰੇਚਰ ਪੜ੍ਹਦੇ ਹੋ। ਵਧੀਆ ਲਿਟਰੇਚਰ ਪੜ੍ਹੋ, ਵਧੀਆ ਮਹਾਂਪੁਰਖਾਂ ਦੀਆਂ ਗੁਰਬਾਣੀ ਦੀਆਂ ਕਿਤਾਬਾਂ ਪੜ੍ਹੋ, ਚੰਗੀ ਸੁਸਾਇਟੀ ਦੇ ਵਿੱਚ ਮੂਵ ਕਰੋ।